ਦੋਸਤੋ ਤੁਸੀਂ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਉਹ ਭਾਈ, ਇਹ ਤਾਂ ਸਭ ਨੂੰ ਪਤਾ ਹੈ ਕਿ ਜੇ ਘਰ ਵਿੱਚ ਦੋ ਵੱਖਰੀ ਸੋਚ ਵਾਲੇ ਲੋਕ ਹੋਣ ਤਾਂ ਆਪਸ ਵਿੱਚ ਲੜਾਈ ਹੋ ਜਾਂਦੀ ਹੈ। ਇਸੇ ਤਰ੍ਹਾਂ ਸਾਡੀ ਫਸਲਾਂ ਵੀ ਹਨ। ਜੇਕਰ ਮੁੱਖ ਫਸਲ ਦੇ ਨਾਲ ਅਣਚਾਹੀ ਫਸਲ ਬੀਜੀ ਜਾਵੇ ਤਾਂ ਇਹਨਾਂ ਵਿਚਕਾਰ ਪੋਸ਼ਣ ਨੂੰ ਲੈ ਕੇ ਲੜਾਈ ਹੁੰਦੀ ਰਹਿੰਦੀ ਹੈ। ਖੇਤੀ ਦੀ ਭਾਸ਼ਾ ਵਿੱਚ ਅਸੀਂ ਇਹਨਾਂ ਨੂੰ ਨਦੀਣਾ ਕਹਿੰਦੇ ਹਨ। ਕੀ ਹੁੰਦਾ ਹੈ ਕਿ ਸਾਡੀ ਫਸਲ ਦੀ ਬਿਜਾਈ ਤੋਂ ਬਾਅਦ ਜਦੋਂ ਪਹਿਲੀ ਬਾਰਿਸ਼ ਹੁੰਦੀ ਹੈ, ਇਸ ਨਾਲ ਕੁਝ ਅਣਚਾਹੇ ਮਹਿਮਾਨ ਵੀ ਅੰਦਰ ਆ ਬੈਠ ਜਾਂਦੇ ਹਨ ਅਤੇ ਫਿਰ ਜੋ ਖਾਦ ਅਸੀਂ ਆਪਣੀਆਂ ਫਸਲਾਂ ਨੂੰ ਪਾਉਂਦੇ ਹਾਂ, ਉਹ ਮਹਿਮਾਨ ਉਹਨਾਂ ਵਿੱਚੋਂ ਕੁਝ ਖੋਹ ਲੈਂਦੇ ਹਨ ਅਤੇ ਫਿਰ ਸਾਰੀ ਫਸਲ ਨੂੰ ਪੂਰਾ ਪੋਸ਼ਣ ਨਹੀਂ ਮਿਲਦਾ। ਹੌਲੀ ਹੌਲੀ ਸਾਡੀਆਂ ਫਸਲਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਫਿਰ ਅਸੀਂ ਹਮੇਸ਼ਾ ਆਪਣੀ ਪੈਦਾਵਾਰ ਬਾਰੇ ਪਰੇਸ਼ਾਨ ਰਹਿੰਦੇ ਹਾਂ। ਤਾਂ ਫਿਰ ਅਸੀਂ ਉਹਨਾਂ ਮਹਿਮਾਨਾਂ ਨੂੰ ਜੰਮਣ ਤੋਂ ਪਹਿਲਾਂ ਕਿਉਂ ਨਹੀਂ ਹਟਾਉਂਦੇ? ਖੇਤੀ ਦੀ ਭਾਸ਼ਾ ਵਿੱਚ ਇਸ ਨੂੰ ਨਦੀਨ ਪ੍ਰਬੰਧਨ ਕਿਹਾ ਜਾਂਦਾ ਹੈ। ਜੇਕਰ ਗੰਨੇ ਦੀ ਗੱਲ ਕਰੀਏ ਤਾਂ ਗੰਨੇ ਵਿੱਚ ਨਦੀਨ ਪ੍ਰਬੰਧਨ ਅਣਚਾਹੇ ਮਹਿਮਾਨਾਂ ਜਾਂ ਜੰਗਲੀ ਬੂਟੀ ਹਮੇਸ਼ਾ ਖਤਮ ਕਰਨ ਦਾ ਇੱਕ ਤਰੀਕਾ ਹੈ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਾਂ, ਜਿਵੇਂ ਕਿ ਗੰਨੇ ਤੇ ਆਉਣ ਵਾਲੇ ਭਿਆਨਕ ਕੀੜਿਆਂ ਨੂੰ ਵੀ ਪਨਾਹ ਲਈ ਥਾਂ ਨਹੀਂ ਮਿਲਦੀ। ਗੰਨੇ ਦਾ ਪੂਰਾ ਪੋਸ਼ਣ ਹੋਣ ਕਾਰਨ ਗੰਨਾ ਦਮਦਾਰ ਹੋ ਜਾਂਦਾ ਹੈ, ਮਿੱਟੀ ਵਿੱਚ ਨਮੀ ਬਰਕਰਾਰ ਰਹਿੰਦੀ ਹੈ, ਖਾਦ ਪੌਦਿਆਂ ਦੀਆਂ ਜੜ੍ਹਾਂ ਤੱਕ ਪਹੁੰਚਦੀ ਹੈ ਅਤੇ ਮਿੱਟੀ ਦੀ ਪਾਣੀ ਰੱਖਣ ਦੀ ਸਮਰੱਥਾ ਵੱਧਦੀ ਹੈ। ਇਹ ਵਿਧੀ ਗੰਨੇ ਦੀ ਫਸਲ ਵਿੱਚ ਬਹੁਤ ਜ਼ਿਆਦਾ ਪੁੰਗਰਨ ਨੂੰ ਕੰਟਰੋਲ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਹੈ। ਗੰਨੇ ਦੇ ਕੁਝ ਅਜਿਹੇ ਨਦੀਨ ਹਨ ਜੋ ਗੰਨੇ ਵਿੱਚ ਦਿਨ ਰਾਤ ਚੌਗਣੇ ਵੱਧਦੇ ਹਨ। ਗੰਨਾ ਇੱਕ ਸਾਲ ਭਰ ਚੱਲਣ ਵਾਲੀ ਫਸਲ ਹੈ, ਇਸ ਕਰਕੇ ਹਾੜੀ, ਸਾਉਣੀ ਅਤੇ ਜਾਇਦ ਰੁੱਤ ਦੇ ਨਦੀਨ ਰੁਕ ਜਾਂਦੇ ਹਨ। ਸਤੰਬਰ ਤੋਂ ਅਕਤੂਬਰ ਤੱਕ ਬੀਜੇ ਗਏ ਗੰਨੇ ਦੀ ਸ਼ੁਰੂਆਤੀ ਅਵਸਥਾ ਵਿੱਚ ਚੌੜੇ ਪੱਤੇ ਵਾਲੇ ਨਦੀਨ ਜ਼ਿਆਦਾ ਉੱਗਦੇ ਹਨ ਅਤੇ ਬਾਅਦ ਵਿੱਚ ਫਰਵਰੀ ਤੋਂ ਮਾਰਚ ਤੱਕ ਬੀਜੇ ਗਏ ਗੰਨੇ ਵਿੱਚ ਸਾਉਣੀ ਦੇ ਸੀਜ਼ਨ ਦੇ ਨਦੀਨ ਉੱਗਣੇ ਸ਼ੁਰੂ ਹੋ ਜਾਂਦੇ ਹਨ। ਹੁਣ ਗੱਲ ਆਉਂਦੀ ਹੈ ਕਿ ਗੰਨੇ ਵਿੱਚ ਨਦੀਨਾਂ ਦਾ ਪ੍ਰਬੰਧ ਕਿਵੇਂ ਕਰੀਏ। ਗੰਨੇ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਦੇ ਵੱਖ-ਵੱਖ ਤਰੀਕੇ ਹਨ। ਇੱਕ ਮਕੈਨੀਕਲ ਢੰਗ, ਜਿੱਥੇ ਖੇਤੀ ਮਜ਼ਦੂਰ ਆਸਾਨੀ ਨਾਲ ਘੱਟ ਕੀਮਤ ਤੇ ਉਪਲਬਧ ਹੋ ਜਾਂਦੇ ਹਨ, ਉੱਥੇ ਗੰਨੇ ਦੀ ਫਸਲ ਵਿੱਚ ਉੱਗਣ ਵਾਲੇ ਨਦੀਨਾਂ ਨੂੰ ਖੁਰਪੀ ਜਾਂ ਕੁਦਾਲ ਨਾਲ ਨਸ਼ਟ ਕੀਤਾ ਜਾ ਸਕਦਾ ਹੈ। ਬਿਜਾਈ ਤੋਂ ਪਹਿਲਾਂ ਵੱਖ ਕਰਨ ਨਾਲ ਨਦੀਨਾਂ ਦੀ ਗਿਣਤੀ ਵੀ ਘਟ ਜਾਂਦੀ ਹੈ, ਕਿਉਂਕਿ ਕਮਾਦ ਦੀ ਫਸਲ ਬਿਜਾਈ ਤੋਂ 25 ਤੋਂ 30 ਦਿਨਾਂ ਬਾਅਦ ਇਕੱਠੀ ਹੋ ਜਾਂਦੀ ਹੈ ਅਤੇ ਉਦੋਂ ਤੱਕ ਨਦੀਨ ਵੱਡੀ ਗਿਣਤੀ ਵਿੱਚ ਉੱਗ ਜਾਂਦੇ ਹਨ। ਇਸ ਲਈ ਬਿਜਾਈ ਤੋਂ 1 ਜਾਂ 2 ਹਫ਼ਤਿਆਂ ਬਾਅਦ ਨਦੀਨਾਂ ਨੂੰ ਖੋਹਾ ਕਰਕੇ ਨਸ਼ਟ ਕੀਤਾ ਜਾ ਸਕਦਾ ਹੈ। ਇਸ ਨੂੰ ਅੰਨੇ ਮੋਲਟਿੰਗ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਗੰਨੇ ਦੀਆਂ ਕਤਾਰਾਂ ਵਿਚਕਾਰ ਨਦੀਨਾਂ ਨੂੰ ਬਲਦਾਂ ਦੁਆਰਾ ਚਲਾਏ ਜਾਣ ਵਾਲੇ ਕਾਸ਼ਤਕਾਰਾਂ ਦੁਆਰਾ ਕੰਟਰੋਲ ਕੀਤਾ ਜਾ ਸਕਦਾ ਹੈ। ਟਰੈਸ਼ ਮਲਚਿੰਗ, ਗੰਨੇ ਦੀਆਂ ਕਤਾਰਾਂ ਵਿਚਕਾਰ ਖਾਲੀ ਥਾਂ ਤੇ ਗੰਨੇ ਦੇ ਸੁੱਕੇ ਪੱਤਿਆਂ ਜਾਂ ਪੁਆਲ ਦੀ 7 ਤੋਂ 12 ਸੈਂਟੀਮੀਟਰ ਮੋਟੀ ਤਹਿ ਇਸ ਤਰ੍ਹਾਂ ਵਿਛਾ ਦਿੱਤੀ ਜਾਵੇ ਕਿ ਗੰਨੇ ਦੇ ਅੰਕੁਰ ਢਕੇ ਨਾ ਹੋਣ ਅਤੇ ਸਿਰਫ ਖਾਲੀ ਥਾਂ ਹੀ ਢਕੀ ਰਹੇ। ਅਜਿਹਾ ਕਰਨ ਨਾਲ ਨਦੀਨ ਢਕ ਜਾਂਦੇ ਹਨ ਅਤੇ ਰੋਸ਼ਨੀ ਦੀ ਘਾਟ ਕਾਰਨ ਉਹ ਪੀਲੇ ਹੋ ਜਾਂਦੇ ਹਨ ਅਤੇ ਸੁੱਕ ਜਾਂਦੇ ਹਨ। ਇਸ ਨਾਲ ਖੇਤ ਵਿੱਚ ਨਮੀ ਬਰਕਰਾਰ ਰਹਿੰਦੀ ਹੈ। ਸਹੀ ਫਸਲਾਂ ਦੀ ਬਿਜਾਈ, ਕਿਉਂਕਿ ਗੰਨੇ ਦੀਆਂ ਕਤਾਰਾਂ ਵਿਚਕਾਰ ਜ਼ਿਆਦਾ ਥਾਂ ਹੁੰਦੀ ਹੈ ਅਤੇ ਇਸੇ ਖਾਲੀ ਥਾਂ ਵਿੱਚ ਨਦੀਨ ਜ਼ਿਆਦਾ ਉੱਗਦੇ ਹਨ। ਇਸ ਖਾਲੀ ਥਾਂ ਤੋਂ ਘੱਟ ਸਮੇਂ ਵਿੱਚ ਤੇਜ਼ੀ ਨਾਲ ਵਧਣ ਵਾਲੀਆਂ ਫਸਲਾਂ ਉਗਾਈਆਂ ਜਾ ਸਕਦੀਆਂ ਹਨ। ਇਸ ਨਾਲ ਖੇਤ ਵਿੱਚ ਨਦੀਨ ਵੀ ਨਹੀਂ ਰਹੇਗਾ ਅਤੇ ਉਸ ਖਾਲੀ ਥਾਂ ਤੇ ਉਤਪਾਦਨ ਵੀ ਕੀਤਾ ਜਾਵੇਗਾ। ਇਸ ਨਾਲ ਵੱਖਰੇ ਉਤਪਾਦਨ ਦਾ ਵੀ ਫਾਇਦਾ ਹੋਵੇਗਾ। ਸਿਹਤਮੰਦ ਪੌਦੇ ਨਦੀਨਾਂ ਦਾ ਮੁਕਾਬਲਾ ਕਰਦੇ ਹਨ, ਪਰ ਇਸ ਵਿੱਚ ਬਹੁਤ ਸਾਰਾ ਪੋਸ਼ਣ ਗੁਆਚ ਜਾਂਦਾ ਹੈ। ਇਸ ਲਈ ਬਿਹਤਰ ਹੈ ਕਿ ਅਸੀਂ ਉਹਨਾਂ ਘੁਸਪੈਠੀਆਂ ਨੂੰ ਆਉਣ ਨਾ ਦਈਏ।